बहुत देर तो गल्लां चल रही कि रशिया ने वैक्सीन जी है वह बना ली है। उन्होंने फेज़ 1 कंप्लीट कर लिया, फेज़ 2 कर लिया। उन्होंने हुण ये जी वैक्सीन है आउट भी करती है, मार्केट मिलन भी लग गई है, लोगों को दिती भी जा रही है। इंडियंस नूं क्या हैगा कि इस नूं बनाउण दे वास्ते, इनू मैन्युफैक्चर करन दे वास्ते साडी मदद करो। फेज़ 3 दे वड्डे ट्रायल्स ने जिहड़े वो भी इंडिया च करो। ਤੁਹਾਡੇ ਲੋਕਾਂ ਤੇ ਇਹਨੂੰ ਟਰਾਈ ਕਰਕੇ ਵੇਖਦੇ ਤਾਂ ਹਾਂ ਵੀ ਇਹਦੇ ਰਿਜ਼ਲਟ ਕੀ ਆਉਂਦੇ ਨੇ। ਆਪਣੀ ਕੰਟਰੀ ਦੇ ਵਿੱਚ ਉਹ ਕਹਿੰਦੇ ਅਸੀਂ ਕਰ ਲਿਆ, 76 ਲੋਕਾਂ ਤੇ ਪਹਿਲੀ ਵਾਰੀ ਕਰ ਲਿਆ ਤੇ ਕੁਝ ਸੈਂਕੜਿਆਂ ਤੇ ਦੂਜੀ ਵਾਰੀ ਕੀਤਾ ਹੋਣਾ, ਲੇਕਿਨ ਮਾਸ ਟਰਾਇਲ ਹੈ ਜਿਹੜਾ ਉਹ ਕਹਿੰਦੇ ਕਿ ਇੰਡੀਆ ਦੇ ਵਿੱਚ ਕਰਾਂਗੇ। ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਜਿਹੜੀ ਐਸਟਰਾਜ਼ੈਨੇਕਾ ਇਹ ਤਿਆਰ ਕੀਤੀ ਜਾ ਰਹੀ ਹੈ ਉਹਦੇ ਤੇ ਹਾਲ ਦੀ ਘੜੀ ਰੋਕ ਲਗਾਈ ਗਈ ਹੈ। ਉਹ ਕਹਿੰਦੇ ਫੇਜ਼ 3 ਦੇ ਵਿੱਚ ਨਾ ਅਸੀਂ ਲੋਕਾਂ ਨੂੰ ਦਿੱਤੀ, ਜਦੋਂ ਲੋਕਾਂ ਨੂੰ ਅਸੀਂ ਇਹ ਵੈਕਸੀਨ ਦਿੱਤੀ ਤਾਂ ਉਹਨਾਂ ਦੀ ਤਬੀਅਤ ਕਾਫੀ ਖਰਾਬ ਹੋਈ। ਜਦੋਂ ਤਬੀਅਤ ਖਰਾਬ ਹੋਈ ਤਾਂ ਅਸੀਂ ਇਹ ਵੈਕਸੀਨ ਉਹਨਾਂ ਨੂੰ ਦੇਣੀ ਬੰਦ ਕਰਤੀ। ਗੁੱਡ ਮਾਰਨਿੰਗ ਕੈਨੇਡਾ ਐਂਡ ਵੈਲਕਮ ਟੂ ਦ ਮਾਰਨਿੰਗ ਸ਼ੋ। ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਤੁਹਾਡੀ ਆਪਣੀ ਮੇਜ਼ਬਾਨ ਅੰਮ੍ਰਿਤ ਪੱਟੀ। ਦੋਸਤੋ, ਉਮੀਦ ਕਰਦੀ ਹਾਂ ਕਿ ਕੱਲ੍ਹ ਦਾ ਤੁਹਾਡਾ ਦਿਨ ਬਹੁਤ ਸੋਹਣਾ ਨਿਕਲਿਆ ਹੋਣਾ। ਔਰ ਜੇ ਹੁਣ ਅਸੀਂ ਸਾਰਿਆਂ ਨੂੰ ਉਡੀਕ ਹੈ, ਜਿਹੜੇ ਲੋਕ BC ਦੇ ਵਿੱਚ ਰਹਿੰਦੇ ਨੇ, ਕੈਨੇਡਾ ਵਿੱਚ ਰਹਿੰਦੇ ਨੇ, ਕੈਨੇਡਾ ਵਿੱਚ ਕਿਸੇ ਥਾਂ ਦੇ ਉੱਪਰ ਤਾਂ ਸਕੂਲ ਸ਼ੁਰੂ ਹੋ ਗਏ ਨੇ। ਔਰ BC ਦੀ ਗੱਲ ਕਰੀਏ ਤਾਂ ਬਸ ਸਕੂਲ ਇੱਥੇ ਸ਼ੁਰੂ ਹੋਣ ਜਾ ਰਹੇ ਨੇ। ਅੱਜ ਆਉਂਦੇ ਹੋਏ ਮੈਂ ਇੱਕ ਬੱਸ ਦੇਖੀ, ਸਕੂਲ ਬੱਸ ਜਿਹੜੀ ਕਿ ਨੱਕੋ ਨੱਕ ਸਟੂਡੈਂਟਸ ਦੇ ਨਾਲ ਭਰੀ ਹੋਈ ਸੀ। ਵੈਲ, ਉਸ ਤੋਂ ਵੇਖ ਕੇ ਸੱਚੀ ਮੁੱਚੀ ਕਾਰ ਹੌਲੀ ਕਰਕੇ ਵੇਖਣ ਨੂੰ ਜੀ ਕੀਤਾ ਕਿ ਸਾਡੀਆਂ ਸਰਕਾਰਾਂ ਗੱਲਾਂ ਤਾਂ ਬਹੁਤ ਮਾਰਦੀਆਂ ਨੇ, ਅਸੀਂ ਸੋਸ਼ਲ ਡਿਸਟੈਂਸਿੰਗ ਰੱਖਾਂਗੇ, ਅਸੀਂ ਐਂ ਕਰਾਂਗੇ, ਬੱਚਿਆਂ ਨੂੰ ਸਕੂਲ ਭੇਜ ਦਿਓ, ਲੇਕਿਨ ਬੱਚੇ ਤਾਂ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਸਕੂਲ ਬੱਸ ਦੇ ਵਿੱਚ ਬੈਠੇ ਸੀ। ਮੰਨਿਆ ਕਿ ਸਾਰੇ ਦੇ ਸਾਰੇ ਸਟੂਡੈਂਟਸ ਦੇ ਮਾਸਕ ਪਾਏ ਹੋਏ ਸੀਗੇ ਜਿੰਨੇ ਕੁ ਨਜ਼ਰ ਆ ਰਹੇ ਸੀ, ਈਵਨ ਕਿ ਡਰਾਈਵਰ ਦੇ ਵੀ ਮਾਸਕ ਪਾਇਆ ਹੋਇਆ ਸੀ, ਲੇਕਿਨ ਸੋਸ਼ਲ ਡਿਸਟੈਂਸਿੰਗ ਉਹ ਤਾਂ ਕਿਤੇ ਨਜ਼ਰ ਨਹੀਂ ਆਈ। ਵੈਲ, ਅੱਜ ਬਹੁਤ ਹੀ ਇੰਪੋਰਟੈਂਟ ਗੱਲਬਾਤ ਜਿਹੜੀ ਹੈ ਅੱਗੇ ਚੱਲ ਕੇ ਵੀ ਅਸੀਂ ਇਹਦੇ ਉੱਪਰ ਚਰਚਾ ਕਰਾਂਗੇ ਇੱਕ ਸਕੂਲ ਟੀਚਰ ਦੇ ਨਾਲ। ਅੱਜ ਦੀ ਜਿਹੜੀ ਹੋਰ ਖਬਰਸਾਰ ਹੈ, BC ਦੇ ਵਿੱਚ ਹੌਲੀ ਹੌਲੀ ਕੇਸਿਸ ਅਪ ਜਾ ਰਹੇ ਨੇ। ਦੋਸਤੋ, ਧਿਆਨ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ। ਤਕਰੀਬਨ ਪਿਛਲੇ 4 ਦਿਨਾਂ ਦੇ ਵਿੱਚ 429 ਦੇ ਨੇੜੇ ਕੇਸ ਆ ਗਏ ਨੇ ਤੇ ਹੁਣ ਸਖਤੀ ਥੋੜ੍ਹੀ ਜ਼ਿਆਦਾ ਹੋ ਗਈ ਹੈ। ਹੁਣ ਜਿੰਨੇ ਵੀ ਬਾਰਸ ਨੇ, ਜਿੰਨੇ ਰੈਸਟੋਰੈਂਟਸ ਨੇ, ਜਿੰਨੇ ਈਵਨ ਕਿ ਨਾਈਟ ਕਲੱਬਸ ਨੇ, ਉਹ ਸਾਰੇ ਦੇ ਸਾਰੇ ਕਹਿੰਦੇ 11 ਵਜੇ ਬੰਦ ਕਰ ਦਿਓ, ਇਸ ਤੋਂ ਬਾਅਦ ਕੁਝ ਨਹੀਂ ਖੁੱਲ੍ਹ ਸਕਦਾ। ਲੇਕਿਨ ਜਿਹੜੀ ਲਿਕਰ ਸਰਵ ਕੀਤੀ ਜਾਂਦੀ ਹੈ ਕਿਤੇ ਵੀ, ਜਿਸ ਤਰ੍ਹਾਂ ਨਾਈਟ ਕਲੱਬ ਦੇ ਵਿੱਚ ਕਿਤੇ ਦਾਰੂ ਮਿਲਦੀ ਹੈ, ਉਹ ਕਹਿੰਦੇ ਉਹ ਮਿਲਣੀ 10 ਵਜੇ ਬੰਦ ਕਰ ਦਿਓ। 10 ਵਜੇ ਲਿਕਰ ਦੀ ਜਿਹੜੀ ਸਰਵਿੰਗ ਹੈ ਉਹ ਬੰਦ ਹੋ ਜਾਏਗੀ ਅਤੇ 11 ਵਜੇ ਕੋਈ ਵੀ ਨਾਈਟ ਕਲੱਬ ਹੈ, ਕੋਈ ਵੀ ਰੈਗੂਲਰ ਕਲੱਬ ਹੈ, ਕੋਈ ਵੀ ਬਾਰਸ ਨੇ, ਕੋਈ ਰੈਸਟੋਰੈਂਟ ਨੇ, ਉਹ ਸਾਰੇ ਦੇ ਸਾਰੇ ਬੰਦ ਹੋ ਜਾਣਗੇ, ਅਨਲੈਸ ਕਿ ਉਹ ਸਾਰੇ ਜਿਹੜੇ ਨੇ ਉਹ ਫੂਡ ਵੀ ਸਰਵ ਕਰਦੇ ਨੇ। ਸੋ ਫੂਡ ਚੱਲਦਾ ਰਹਿ ਸਕਦਾ, ਲੇਕਿਨ ਵੈਸੇ ਬੰਦ ਹੋਣਾ ਪੈਣਾ ਸਾਰਾ ਕੁਝ। ਹੌਲੀ ਹੌਲੀ ਸਖਤੀ ਜਿਹੜੀ ਹੈ ਵੱਧ ਰਹੀ ਹੈ, ਕੇਸਿਸ ਵੀ ਵੱਧ ਰਹੇ ਨੇ। ਬਰਨਬੀ ਹਸਪੀਟਲ ਤੇ ਹੋਲੀ ਫੈਮਿਲੀ ਹਸਪੀਟਲ ਦੇ ਵਿੱਚ ਵੀ ਬ੍ਰੇਕਆਊਟ ਦੀ ਜਿਹੜੀ ਨਿਊਜ਼ ਹੈ ਉਹ ਆਈ ਸੀ। ਸੋ ਜਿਹੜੀ ਜਗ੍ਹਾ 'ਤੇ ਵੀ ਬ੍ਰੇਕਆਊਟ ਹੁੰਦੀ ਹੈ ਉਸ ਜਗ੍ਹਾ ਨੂੰ ਕਲੋਜ਼ ਕੀਤਾ ਜਾਂਦਾ, ਕਲੀਨ ਕੀਤਾ ਜਾਂਦਾ, ਫਿਰ ਤੋਂ ਰੀਸਟਾਰਟ ਕੀਤਾ ਜਾਂਦਾ। ਲੈਟਸ ਹੋਪ ਫॉर द ਬੈਸਟ। ਲੇਕਿਨ ਹੁਣ ਇਸ ਤੋਂ ਬਾਅਦ ਹੁਣ ਖਬਰਾਂ ਦੇ ਵੱਲ ਚੱਲਦੇ ਹਾਂ। ਦੋਸਤੋ, ਖਬਰਾਂ ਦੀ ਗੱਲਬਾਤ ਜਿਹੜੀ ਸ਼ੁਰੂ ਕਰਦੇ ਹਾਂ ਉਹ ਸ਼ੁਰੂ ਕਰਦੇ ਹਾਂ ਗਲੋਬਲੀ। ਬਹੁਤ ਦੇਰ ਤੋਂ ਗੱਲਾਂ ਚੱਲ ਰਹੀਆਂ ਕਿ ਰਸ਼ੀਆ ਨੇ ਵੈਕਸੀਨ ਜਿਹੜੀ ਹੈ ਉਹ ਬਣਾ ਲਈ ਹੈ। ਉਹਨਾਂ ਨੇ ਫੇਜ਼ 1 ਕੰਪਲੀਟ ਕਰ ਲਿਆ, ਫੇਜ਼ 2 ਕਰ ਲਿਆ। ਉਹਨਾਂ ਨੇ ਹੁਣ ਇਹ ਜਿਹੜੀ ਵੈਕਸੀਨ ਹੈ ਆਊਟ ਵੀ ਕਰਤੀ ਹੈ, ਮਾਰਕੀਟ 'ਚ ਮਿਲਣ ਵੀ ਲੱਗ ਗਈ ਹੈ, ਲੋਕਾਂ ਨੂੰ ਦਿੱਤੀ ਵੀ ਜਾ ਰਹੀ ਹੈ। ਇਸ ਤੋਂ ਬਾਅਦ ਹੁਣ ਜਿਹੜੇ ਰਸ਼ੀਆ ਨੇ ਇੱਕ ਖਾਸ ਅਨਾਊਂਸਮੈਂਟ ਜਿਹੜੀ ਕੀਤੀ ਹੈ, ਉਹ ਕਹਿੰਦੇ ਉਹਨਾਂ ਨੇ ਇੰਡੀਆ ਨੂੰ ਅਪਰੋਚ ਕੀਤੀ ਹੈ। ਇੰਡੀਅਨਸ ਨੂੰ ਕਿਹਾ ਹੈਗਾ ਕਿ ਇਸ ਨੂੰ ਬਣਾਉਣ ਦੇ ਵਾਸਤੇ, ਇਹਨੂੰ ਮੈਨੂਫੈਕਚਰ ਕਰਨ ਦੇ ਵਾਸਤੇ ਸਾਡੀ ਮਦਦ ਕਰੋ। ਔਰ ਮੈਨੂਫੈਕਚਰ ਤਾਂ ਠੀਕ ਹੈ, ਲੇਕਿਨ ਉਹ ਕਹਿੰਦੇ ਫੇਜ਼ 3 ਦੇ ਵੱਡੇ ਟਰਾਇਲਸ ਨੇ ਜਿਹੜੇ ਉਹ ਵੀ ਇੰਡੀਆ 'ਚ ਕਰੋ। ਇੰਡੀਆ ਦੇ ਵਿੱਚ ਰਸ਼ੀਆ ਦਾ ਕਹਿਣਾ ਹੈਗਾ ਕਿ 90 ਹਜ਼ਾਰ ਜਿਹੜੇ ਨੇ ਆਲਮੋਸਟ ਹਰ ਰੋਜ਼ ਕਰੋਨਾ ਵਾਇਰਸ ਤੋਂ ਪੀੜਤ ਲੋਕ ਹੋ ਰਹੇ ਨੇ। ਇਹ ਵੈਕਸੀਨ ਠੀਕ ਹੈ ਤੁਸੀਂ ਸਾਡੇ ਨਾਲ ਤਿਆਰ ਕਰਨ 'ਚ ਮਦਦ ਕਰੋ, ਲੇਕਿਨ ਨਾਲ ਦੀ ਨਾਲ ਤੁਹਾਡੇ ਹੀ ਲੋਕਾਂ 'ਤੇ ਟਰਾਈ ਕਰਦੇ ਹਾਂ।
ਤੁਹਾਡੇ ਲੋਕਾਂ ਤੇ ਇਹਨੂੰ ਟਰਾਈ ਕਰਕੇ ਵੇਖਦੇ ਤਾਂ ਹਾਂ ਵੀ ਇਹਦੇ ਰਿਜ਼ਲਟ ਕੀ ਆਉਂਦੇ ਨੇ। ਆਪਣੀ ਕੰਟਰੀ ਦੇ ਵਿੱਚ ਉਹ ਕਹਿੰਦੇ ਅਸੀਂ ਕਰ ਲਿਆ, 76 ਲੋਕਾਂ ਤੇ ਪਹਿਲੀ ਵਾਰੀ ਕਰ ਲਿਆ ਤੇ ਕੁਝ ਸੈਂਕੜਿਆਂ ਤੇ ਦੂਜੀ ਵਾਰੀ ਕੀਤਾ ਹੋਣਾ, ਲੇਕਿਨ ਮਾਸ ਟਰਾਇਲ ਹੈ ਜਿਹੜਾ ਉਹ ਕਹਿੰਦੇ ਜੀ ਇੰਡੀਆ ਦੇ ਵਿੱਚ ਕਰਾਂਗੇ। ਵੱਲ ਨਾਲ ਇਹ ਵੀ ਕਿਹਾ ਗਿਆ ਕਿ ਬ੍ਰਾਜ਼ੀਲ ਦੇ ਵਿੱਚ ਤੇ ਸਾਊਥ ਅਫਰੀਕਾ ਦੇ ਵਿੱਚ ਵੀ ਇਹ ਟਰਾਇਲ ਕੀਤੇ ਜਾਣਗੇ। ਬਟ ਮਾਸ ਟਰਾਇਲਸ ਕੁਝ ਆਪਣੀ ਕੰਟਰੀ ਦੇ ਵਿੱਚ ਵੀ ਕਰਨੇ ਚਾਹੀਦੇ ਨਹੀਂ ਸੀ। ਵੱਲ ਜੇ ਦੂਸਰੀ ਵੱਡੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਵੈਕਸੀਨਸ ਜਿਹੜੀਆਂ ਨੇ ਉਹ ਫਾਰਮਾਸਿਊਟੀਕਲ ਕੰਪਨੀਜ਼ ਦੇ ਵਿੱਚ ਤਿਆਰ ਹੋ ਰਹੀਆਂ ਨੇ, ਉਹਨਾਂ 'ਤੇ ਰਿਸਰਚ ਕੀਤੀ ਜਾ ਰਹੀ ਹੈ। ਬਹੁਤ ਸਾਰੀਆਂ ਫਾਰਮਾਸਿਊਟੀਕਲ ਕੰਪਨੀਜ਼ ਨੇ ਜਿਹੜੀਆਂ ਜਾਂ ਫਿਰ ਕੋਈ ਵੀ ਲੈਬੋਰਟਰੀਜ਼ ਨੇ, ਉਹਨਾਂ ਦੇ ਵਿੱਚ ਬਹੁਤ ਧਿਆਨ ਰੱਖਿਆ ਜਾ ਰਿਹਾ। ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਜਿਹੜੀ ਐਸਟਰਾਜ਼ੈਨੇਕਾ ਇਹ ਤਿਆਰ ਕੀਤੀ ਜਾ ਰਹੀ ਹੈ, ਉਹਦੇ 'ਤੇ ਹਾਲ ਦੀ ਘੜੀ ਰੋਕ ਲਗਾਈ ਗਈ ਹੈ। ਉਹ ਕਹਿੰਦੇ ਫੇਜ਼ 3 ਦੇ ਵਿੱਚ ਨਾ ਅਸੀਂ ਲੋਕਾਂ ਨੂੰ ਦਿੱਤੀ, ਜਦੋਂ ਲੋਕਾਂ ਨੂੰ ਅਸੀਂ ਇਹ ਵੈਕਸੀਨ ਦਿੱਤੀ ਤਾਂ ਉਹਨਾਂ ਦੀ ਤਬੀਅਤ ਕਾਫੀ ਖਰਾਬ ਹੋਈ। ਜਦੋਂ ਤਬੀਅਤ ਖਰਾਬ ਹੋਈ ਤਾਂ ਅਸੀਂ ਇਹ ਵੈਕਸੀਨ ਉਹਨਾਂ ਨੂੰ ਦੇਣੀ ਬੰਦ ਕਰਤੀ। ਬਟ ਫੇਜ਼ 3 ਹਾਲੇ ਜਿਹੜਾ ਹੈ ਰਸ਼ੀਆ ਦੇ ਵਿੱਚ ਤਾਂ ਸ਼ੁਰੂ ਹੀ ਨਹੀਂ ਹੋਇਆ, ਉਹ ਤਾਂ ਸ਼ੁਰੂ ਹੋਣਾ ਇੰਡੀਆ ਦੇ ਵਿੱਚ। ਵੱਲ ਹੁਣ ਰੱਬ ਸੁੱਖ ਰੱਖੇ ਜੀ, ਜਿਹੜੀ ਤਾਂ ਆਕਸਫੋਰਡ ਯੂਨੀਵਰਸਿਟੀ ਵਾਲੀ ਗੱਲਬਾਤ ਹੈ ਉਹ ਤਾਂ ਠੀਕ ਹੈ। ਉਹਨਾਂ ਨੇ ਜਦੋਂ ਵੇਖਿਆ ਕਿ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਇਹ ਸਾਡੀ ਦਵਾਈ ਜਿਹੜੀ ਹੈ, ਸਾਡੀ ਵੈਕਸੀਨ ਜਿਹੜੀ ਹੈ, ਰਾਈਟ ਅਵੇ ਬੰਦ ਕਰਤੀ ਉਹਨਾਂ ਨੇ। ਉਹ ਕਹਿੰਦੇ ਅਸੀਂ ਬੰਦ ਕਰਤੀ, ਇਸ ਤੋਂ ਬਾਅਦ ਹੁਣ ਅਸੀਂ ਕੁਝ ਕਰਾਂਗੇ ਨਹੀਂ। ਮੇਜਰ ਟਰਾਇਲ ਕੀਤੇ ਸੀ ਅਸੀਂ, ਲੇਕਿਨ ਇਲਨੈਸ ਬਹੁਤ ਜ਼ਿਆਦਾ ਹੋਈ ਹੈ। ਹੁਣ ਰੱਬ ਰੱਖਿਆ ਜੀ ਕਿ ਅੱਗੇ ਹੁਣ ਜਿਹੜੀ ਵੈਕਸੀਨ ਹੈ ਉਹਦਾ ਬਣੇਗਾ ਕੀ। ਇੱਕ ਕੰਟਰੀ ਹੈ ਜਿਹੜੀ ਕਹਿ ਰਹੀ ਹੈ ਕਿ ਛੋਟੀਆਂ ਕੰਟਰੀਜ਼ 'ਤੇ ਟਰਾਈ ਕਰੋ, ਤੇ ਇੱਕ ਆਕਸਫੋਰਡ ਜਿਹੜੀ ਹੈ, UK ਵਰਗੀਆਂ ਸਾਰੀਆਂ ਜਿਹੜੀਆਂ ਕੰਟਰੀਜ਼ ਨੇ ਜਿਹੜੀਆਂ ਕਹਿੰਦੀਆਂ ਕਿ ਇੱਕ ਵੀ ਪੇਸ਼ੈਂਟ ਕੋਈ ਬਿਮਾਰ ਹੁੰਦਾ ਐਂ ਲੱਗਦਾ ਕਿ ਉਹਦੀ ਬਿਮਾਰੀ ਨਾਲ ਉਹਦੀ ਤਬੀਅਤ ਜ਼ਿਆਦਾ ਖਰਾਬ ਹੈ, ਅਸੀਂ ਬੰਦ ਕਰ ਦਿਆਂਗੇ। ਵੱਲ ਅੱਗੇ ਚੱਲਦੇ ਹਾਂ ਜੀ ਅਗਲੀ ਨਿਊਜ਼ ਵੱਲ। ਪਿਛਲੇ ਕਾਫੀ ਦਿਨਾਂ ਤੋਂ ਨਾ ਇੱਕ ਅਜੀਬ ਤਰ੍ਹਾਂ ਦੀ ਸਿਚੁਏਸ਼ਨ ਚੱਲ ਰਹੀ ਹੈ। ਬਹੁਤ ਸਾਰੇ ਆਪਣੇ ਪੰਜਾਬੀ ਭਾਈਚਾਰੇ ਦੇ ਜਿਹੜੇ ਮੁੰਡੇ ਨੇ, ਇੱਕ ਤਾਂ ਉਹ ਪਾਣੀ ਦੇ ਵਿੱਚ ਡੁੱਬ ਕੇ ਮਰ ਰਹੇ ਨੇ, ਇੱਕ ਟਰੱਕਰਸ ਦੇ ਐਕਸੀਡੈਂਟਸ ਬਹੁਤ ਜ਼ਿਆਦਾ ਹੋ ਰਹੇ ਨੇ। ਇਹਦੇ ਪਿੱਛੇ ਕਾਰਨ ਕੀ ਹੈ ਇਹ ਤਾਂ ਨਹੀਂ ਮੈਨੂੰ ਪਤਾ ਹੈਗਾ, ਲੇਕਿਨ ਇੱਕ ਬਹੁਤ ਹੀ ਦੁਖਦਾਈ ਖਬਰ ਜਿਹੜੀ ਹੈ ਹੋਰ ਸਾਹਮਣੇ ਆਈ ਹੈ। ਕੈਲੀਫੋਰਨੀਆ ਫ੍ਰਿਜ਼ਨੋ ਦਾ ਇੱਕ ਨਿਵਾਸੀ ਸੁਖਵਿੰਦਰ ਸਿੰਘ ਟਿਵਾਣਾ, ਸੁਖਵਿੰਦਰ ਸਿੰਘ ਟਿਵਾਣਾ ਜੀ ਤਕਰੀਬਨ 25-26 ਸਾਲ ਤੋਂ ਅਮਰੀਕਾ ਦੇ ਵਿੱਚ ਰਹਿੰਦੇ ਸੀ। 18-19 ਸਾਲ ਤੋਂ ਆਪਣਾ ਟਰੱਕ ਚਲਾਉਂਦੇ ਨੇ। ਉਹਨਾਂ ਦੀ ਆਪਣੀ ਇੱਕ ਛੋਟੀ ਜਿਹੀ ਟਰੱਕਿੰਗ ਕੰਪਨੀ ਹੈ, ਜੋਤ ਟਿਵਾਣਾ ਟਰੱਕਿੰਗ ਕੰਪਨੀ। ਔਰ ਪਿਛਲੇ ਦਿਨੀ ਉਹ ਆਪਣਾ ਟਰੱਕ ਲੈ ਕੇ ਜਿਹੜਾ ਹੈ ਨਿਊ ਮੈਕਸੀਕੋ ਇੱਕ ਸਟੇਟ ਹੈ ਉੱਥੇ ਗਏ ਹੋਏ ਸੀ। ਹਾਈਵੇ 40 ਦੇ ਉੱਪਰ ਕਹਿੰਦੇ ਉੱਥੇ ਰੋਡ ਦੇ ਉੱਪਰ ਕੰਸਟਰਕਸ਼ਨ ਚੱਲ ਰਹੀ ਸੀ, ਟ੍ਰੈਫਿਕ ਬਹੁਤ ਜ਼ਿਆਦਾ ਸੀ। ਸੁਖਵਿੰਦਰ ਟਿਵਾਣਾ ਜੀ ਜਦੋਂ ਪਿੱਛੋਂ ਆ ਰਹੇ ਸੀ, ਸ਼ਾਇਦ ਉਹਨਾਂ ਨੂੰ ਪਤਾ ਨਹੀਂ ਲੱਗਿਆ, ਲੇਕਿਨ ਟਰੱਕ ਉਹਨਾਂ ਦੇ ਕੋਲੋਂ ਕੰਟਰੋਲ ਨਹੀਂ ਹੋਇਆ ਤੇ ਅਗਲੇ ਖੜੇ ਟ੍ਰੇਲਰ ਦੇ ਵਿੱਚ ਸਿੱਧਾ ਜਾ ਕੇ ਲੱਗਿਆ। ਜਦੋਂ ਸਿੱਧਾ ਜਾ ਕੇ ਲੱਗਿਆ ਤਾਂ ਉਸ ਦੇ ਵਿੱਚ ਡੀਜ਼ਲ ਸੀ, ਜਿਹੜਾ ਡੀਜ਼ਲ ਇੱਕੋ ਦਮ ਅੱਗ ਫੜ ਗਿਆ। ਟਰੱਕ ਉਹਨਾਂ ਦਾ ਰੁੜਦਾ ਹੋਇਆ ਜਿਹੜਾ ਨੀਚੇ ਆਇਆ, ਡੀਜ਼ਲ ਟੈਂਕ ਫਟਣ ਦੇ ਕਰਕੇ ਅੱਗ ਲੱਗ ਗਈ। ਔਰ ਜਿਸ ਹਿਸਾਬ ਨਾਲ ਦੱਸਿਆ ਇਹ ਗਿਆ ਕਿ ਸਟੀਅਰਿੰਗ ਦੇ ਵਿੱਚ ਤੇ ਨਾਲ ਆਪਣੀ ਸੀਟ ਦੇ ਵਿਚਾਲੇ ਫਸ ਜਾਣ ਦੇ ਕਰਕੇ ਮਿਸਟਰ ਟਿਵਾਣਾ ਬਾਹਰ ਨਹੀਂ ਨਿਕਲ ਸਕੇ ਤੇ ਅੱਗ ਦੀ ਲਪੇਟ ਦੇ ਵਿੱਚ ਆ ਗਏ। ਅਜਿਹੇ ਐਕਸੀਡੈਂਟ ਸਾਰੀ ਦੀ ਸਾਰੀ ਕਮਿਊਨਿਟੀ ਨੂੰ ਹਿਲਾ ਕੇ ਰੱਖ ਦਿੰਦੇ ਨੇ। ਮਿਸਟਰ ਟਿਵਾਣਾ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਂ-ਬਾਪ, ਆਪਣੀ ਪਤਨੀ ਤੇ ਆਪਣੇ 3 ਛੋਟੇ ਬੱਚੇ ਜਿਹੜੇ ਨੇ ਉਹ ਛੱਡ ਗਏ ਨੇ। ਉਹਨਾਂ ਦੀ ਉਮਰ ਤਕਰੀਬਨ ਮਿਸਟਰ ਟਿਵਾਣਾ ਦੀ 45 ਕੁ ਸਾਲ ਦੀ ਸੀਗੀ। ਉਹ ਕਹਿੰਦੇ ਜੀ ਜਲੰਧਰ ਤੋਂ ਪਿੰਡ ਰਹੀਮਪੁਰ ਦੇ ਰਹਿਣ ਵਾਲੇ ਸੀਗੇ। ਵੱਲ ਇਹੀ ਕਿਹਾ ਜਾ ਸਕਦਾ ਜੀ ਕਿ ਜਦੋਂ ਅਸੀਂ ਟਰੱਕ ਸਿੱਖਦੇ ਹਾਂ ਤਾਂ ਉਸ ਵਕਤ ਥੋੜ੍ਹਾ ਧਿਆਨ ਰੱਖੀਏ ਜਾਂ ਫਿਰ ਰੋਡ ਦੇ ਉੱਪਰ ਜ਼ਿਆਦਾ ਧਿਆਨ ਰੱਖੀਏ। ਇੱਕ ਵਿਅਕਤੀ ਜਦੋਂ ਜਾਂਦਾ ਹੈ, ਇਕੱਲਾ ਇੱਕ ਵਿਅਕਤੀ ਨਹੀਂ ਜਾਂਦਾ, ਸਾਰਾ ਪਰਿਵਾਰ ਉਹਨਾਂ ਨਾਲ ਕੁਝ ਟੁੱਟ ਜਾਂਦਾ। ਵੈਲ ਇਟਸ ਰੀਲੀ ਸੈਡ ਕਿ ਮਿਸਟਰ ਟਿਵਾਣਾ ਜਿਹੜੇ ਹੈਗੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਤੇ ਅੱਜ ਉਹਨਾਂ ਦੇ ਕਰਕੇ ਸਾਰੇ ਫ੍ਰਿਜ਼ਨੋ ਦੇ ਵਿੱਚ, ਕੈਲੀਫੋਰਨੀਆ ਦਾ ਜਿਹੜਾ ਸਿਟੀ ਹੈ ਫ੍ਰਿਜ਼ਨੋ, ਉਹਦੇ ਵਿੱਚ ਸੋਗ ਦਾ ਮਾਹੌਲ ਹੈ ਜਿਹੜਾ ਕਹਿੰਦੇ ਉਹ ਛਾਇਆ ਹੋਇਆ। ਵੈਲ ਦੋਸਤੋ, ਅਗਲੀ ਖਬਰ ਦੇ ਵੱਲ ਹੁਣ ਜੇ ਅਸੀਂ ਰੁਖ ਕਰਦੇ ਹਾਂ ਤਾਂ ਅਗਲੀ ਖਬਰ ਹੈ ਉਹ ਵੀ ਕੈਲੀਫੋਰਨੀਆ ਦੀ ਖਬਰ ਹੈ।
ਕੈਲੀਫੋਰਨੀਆ ਦੇ ਵਿੱਚ, ਵਾਸ਼ਿੰਗਟਨ ਦੇ ਵਿੱਚ ਗਰਮੀ ਦੇ ਇਸ ਸਮੇਂ ਦੇ ਵਿੱਚ ਵਾਈਲਡ ਫਾਇਰਸ ਹੋਣੀਆਂ ਕੋਈ ਨਵੀਂ ਗੱਲ ਨਹੀਂ ਹੈ। ਲੇਕਿਨ ਵਾਈਲਡ ਫਾਇਰਸ ਜਿਹੜੀਆਂ ਨੇ ਉਹਨਾਂ ਦਾ ਅਸਰ BC ਕੈਨੇਡਾ ਤੱਕ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਲੇ ਤਾਂ ਇਸ ਸੀਜ਼ਨ ਦੀ ਸ਼ੁਰੂਆਤ ਹੈ। ਕਹਿੰਦੇ 2.3 ਮਿਲੀਅਨ ਏਕੜਸ 2.3 ਮਿਲੀਅਨ ਏਕੜਸ ਜਿਹੜੇ ਹੈ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਸੜ ਚੁੱਕੇ ਨੇ ਔਰ ਇਹ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਜਿਹੜੀ ਜ਼ਮੀਨ ਸੜਨ ਦੀ ਗੱਲਬਾਤ ਇੱਥੇ ਆਈ ਹੈ। 2 ਸਾਲ ਪਹਿਲਾਂ ਕਹਿੰਦੇ ਸਭ ਤੋਂ ਜ਼ਿਆਦਾ ਹੋਇਆ ਸੀ, ਜਿਹਦੇ ਵਿੱਚ ਕਿ ਫਿਰ ਵੀ 2.3 ਮਿਲੀਅਨ ਦੇ ਨੇੜੇ ਨਹੀਂ ਸੀ ਪਹੁੰਚਿਆ ਔਰ ਇਹ ਸੀਜ਼ਨ ਦੀ ਸ਼ੁਰੂਆਤ ਹੈ। ਜਿਸ ਹਿਸਾਬ ਨਾਲ ਕੈਲੀਫੋਰਨੀਆ ਦੀ ਸਟੇਟ ਨੇ, ਉੱਥੋਂ ਦੇ ਆਫੀਸ਼ੀਅਲਸ ਨੇ ਗੱਲ ਦੱਸੀ ਹੈ, ਉਹ ਕਹਿੰਦੇ ਤਕਰੀਬਨ 14,000 ਫਾਇਰ ਫਾਈਟਰਸ ਇਸ ਟਾਈਮ ਲੱਗੇ ਹੋਏ ਨੇ ਬਹੁਤ ਤੇਜ਼ੀ ਦੇ ਨਾਲ ਅੱਗ ਬੁਝਾਉਣ ਨੂੰ। ਲੇਕਿਨ ਇੱਕ ਤਾਂ ਵੈਦਰ ਗਰਮ ਹੈ, ਇੱਕ ਵੈਦਰ ਦੇ ਵਿੱਚ ਨਮੀ ਹੈ ਨਹੀਂ, ਅੱਗ ਜਿਹੜੀ ਹੈ ਉਹ ਹਵਾ ਦੇ ਨਾਲ ਤੇਜ਼ੀ ਦੇ ਨਾਲ ਵੱਧ ਰਹੀ ਹੈ। ਬਹੁਤ ਸਾਰੇ ਜਿਹੜੇ ਆਪਣੇ ਜਹਾਜ਼ ਨੇ ਉਹਨਾਂ ਦੇ ਉੱਪਰੋਂ ਵੀ ਹੈਲਪ ਜਿਹੜੀ ਹੈ ਉਹਨਾਂ ਨੂੰ ਮਿਲ ਰਹੀ ਹੈ। 25 ਮੇਜਰ ਫਾਇਰਸ ਜਿਹੜੀਆਂ ਨੇ ਉਹ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ ਨੇ। ਹੁਣ ਤੱਕ ਤਕਰੀਬਨ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੇ ਨਾਲ 3300 ਇਮਾਰਤਾਂ ਜਿਹੜੀਆਂ ਨੇ ਉਹ ਜਲ ਕੇ ਉਹ ਸੁਆਹ ਹੋ ਚੁੱਕੀਆਂ ਨੇ। ਇੱਕ ਤਾਂ ਇਹ ਫਾਇਰ ਚੱਲ ਰਹੀ ਹੈ। ਉਸ ਤੋਂ ਬਾਅਦ ਜੇ ਅਸੀਂ ਹੋਰ ਗੱਲ ਕਰਦੇ ਹਾਂ ਤਾਂ ਲੋਕ ਜਿਹੜੇ ਨੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਖਾਲੀ ਕੀਤਾ ਜਾ ਰਿਹਾ। 400 ਲੋਕਾਂ ਨੂੰ ਜਦੋਂ ਇਹ ਵੇਖਿਆ ਗਿਆ ਕਿ 4 ਚੁਫੇਰੇ ਫਾਇਰ ਆ ਗਈ ਤਾਂ ਉਹਨਾਂ ਨੂੰ 에ਅਰ ਲਿਫਟ ਕਰਨਾ ਪਿਆ, ਜਹਾਜ਼ ਦੇ ਰਾਹੀਂ ਉਹਨਾਂ ਨੂੰ ਬਾਹਰ ਕੱਢਣਾ ਪਿਆ। ਯੈਸ, ਘਰ ਤਾਂ ਦੁਬਾਰਾ ਬਣ ਸਕਦੇ ਨੇ ਲੇਕਿਨ ਜਾਨਾਂ ਦੁਬਾਰਾ ਬਣਾਉਣੀਆਂ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ। ਲੇਕਿਨ ਦੋਸਤੋ ਇੱਕ ਖਾਸ ਗੱਲ ਹੈ ਕਿ ਵਾਸ਼ਿੰਗਟਨ ਜਿਹੜਾ ਕਿ BC ਦੇ ਬਿਲਕੁਲ ਨਾਲ ਲੱਗਦਾ ਹੈ, ਉੱਥੇ ਵੀ 3 ਲੱਖ ਏਕੜ ਜਿਹੜੀ ਲੈਂਡ ਹੈ ਉਹ ਸੜ ਚੁੱਕੀ ਹੈ। 300,000 ਏਕੜਸ ਲੈਂਡ ਵਾਸ਼ਿੰਗਟਨ ਔਰ ਹੁਣ ਵਿਕਟੋਰੀਆ ਤੇ ਕਲੋਨਾ ਜਿਹੜੇ ਕੈਨੇਡਾ ਦੇ ਸਿਟੀ ਨੇ ਉਸ ਜਗ੍ਹਾ ਤੇ ਵੀ ਕਹਿੰਦੇ ਇਹ ਲਾਲੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਜਦੋਂ ਸਵੇਰੇ ਤੜਕਸਾਰ ਉੱਠੋ ਤਾਂ ਐਂ ਲੱਗਦਾ ਵੀ ਜਿਵੇਂ ਸੂਰਜ ਪਹਿਲਾਂ ਨਿਕਲ ਆਇਆ ਹੋਵੇ, ਕਿਉਂਕਿ ਉਸ ਜਗ੍ਹਾ ਤੇ ਲਾਲੀ ਬਹੁਤ ਹੈ। ਪਰ ਦੂਸਰੀ ਵੱਡੀ ਗੱਲ ਇਹ ਵੀ ਨਾਲ ਹੈ ਕਿ ਸਾਡੀਆਂ ਸਰਕਾਰਾਂ ਨੇ ਇੱਕ ਖਾਸ ਵਾਰਨਿੰਗ ਦਿੱਤੀ ਹੈ। ਵਾਰਨਿੰਗ ਦੇ ਵਿੱਚ ਕਿਹਾ ਗਿਆ ਕਿ BC ਦੇ ਵਿੱਚ ਰਹਿਣ ਵਾਲੇ ਜਿਹੜੇ ਵੀ ਲੋਕਾਂ ਨੂੰ ਅਸਥਮਾ ਹੈ, ਜਿਹੜੇ ਲੋਕਾਂ ਨੂੰ ਡਾਇਬਟੀਜ਼ ਹੈ, ਜਿਹੜੇ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਹੈ, ਇਹ ਜਿਹੜਾ ਵਿਗੜਿਆ ਹੋਇਆ ਵੈਦਰ ਹੈ ਇਹ ਨੁਕਸਾਨ ਕਰ ਸਕਦਾ। ਜੇ ਅੱਜ ਤੁਸੀਂ ਧਿਆਨ ਨਾਲ ਵੇਖੋ ਤਾਂ ਸਾਰੇ BC ਦੇ ਵਿੱਚ ਹਲਕੀ ਹਲਕੀ ਧੁੰਦ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਉਹ ਧੁੰਦ ਦਾ ਕਾਰਨ ਵਾਸ਼ਿੰਗਟਨ ਦੇ ਵਿੱਚ ਲੱਗੀਆਂ ਹੋਈਆਂ ਅੱਗਾਂ ਨੇ ਤੇ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ ਅੱਗਾਂ ਦੀ ਤਾਂ ਥਾ ਪਤਾ ਹੀ ਕੋਈ ਨਹੀਂ ਜੀ। 2.3 ਮਿਲੀਅਨ ਏਕੜਸ। ਵੱਲ ਉਮੀਦ ਕਰਦੇ ਹਾਂ ਜੀ ਕਿ ਜਲਦੀ ਤੋਂ ਜਲਦੀ ਇਹ ਅੱਗਾਂ ਬੁਝ ਜਾਣ। ਹਾਲੇ ਤਾਂ ਸੀਜ਼ਨ ਦੀ ਸ਼ੁਰੂਆਤ ਹੈ ਤਾਂ ਫਿਰ ਤਾਂ ਕੰਮ ਕਾਫੀ ਔਖਾ ਲੱਗਦਾ। ਵੱਲ ਅੱਗੇ ਚੱਲਦੇ ਹਾਂ ਜੀ। ਅਗਲੀ ਜਿਹੜੀ ਗੱਲਬਾਤ ਤੁਹਾਡੇ ਨਾਲ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਉਹ ਖਬਰ ਸਾਡੇ ਕੋਲੇ ਖਾਸ ਹੈ। ਕੁਝ ਦਿਨ ਪਹਿਲਾਂ ਜਿਹੜੀ ਸੀ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਨੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀਗੀ ਕਿ ਹੁਣ ਜਿਹੜਾ ਕੋਈ ਵਿਅਕਤੀ ਫਲਾਈਟ ਦੇ ਉੱਪਰ ਮਾਸਕ ਨਹੀਂ ਪਾਏਗਾ ਅਸੀਂ ਬਾਹਰ ਕੱਢ ਦਿਆਂਗੇ। ਬਿਲਕੁਲ ਠੀਕ। ਵੈਸਟ ਜੈਟ ਦੇ ਵੱਲੋਂ ਵੀ ਇਹ ਅਨਾਉਂਸਮੈਂਟ ਕੀਤੀ ਗਈ ਸੀ। ਵੈਸਟ ਜੈਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਕੋਈ ਵਿਅਕਤੀ ਬੈਠੇਗਾ ਮਾਸਕ ਨਹੀਂ ਪਾਏਗਾ ਉਹਨੂੰ ਬਾਹਰ ਕੱਢ ਦਿਆਂਗੇ। ਜੇ ਜਹਾਜ਼ ਚੱਲ ਪਿਆ ਅੱਗੇ ਜਾ ਕੇ ਵਿਅਕਤੀ ਨੇ ਮਾਸਕ ਲਾ ਤਾਂ ਜਹਾਜ਼ ਮੋੜ ਕੇ ਲਿਆਵਾਂਗੇ ਫਿਰ ਲਾਵਾਂਗੇ। ਗੱਲ ਇਹੀ ਕੀਤੀ ਉਹਨਾਂ ਨੇ। ਦੋਨੋਂ ਪਾਸੇ ਦੀ ਸਟੋਰੀ ਜਿਹੜੀ ਹੈ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ। ਸਫਾਨ ਚੌਧਰੀ ਜੀ ਨੇ ਉਹ ਆਪਣੀ 2 ਛੋਟੀਆਂ ਬੱਚੀਆਂ ਤੇ ਆਪਣੀ ਵਾਈਫ ਦੇ ਨਾਲ ਉਹਨਾਂ ਨੇ ਕੈਲਗਰੀ ਤੋਂ ਟੋਰਾਂਟੋ ਦੀ ਫਲਾਈਟ ਲਈ, ਫਲਾਈਟ ਨੰਬਰ 652। ਉਹ ਉਹਦੇ ਵਿੱਚ ਬੈਠੇ। ਇੱਕ ਬੱਚੀ ਉਹਨਾਂ ਦੀ 3 ਕੁ ਸਾਲ ਦੀ ਸੀ ਜਿਹਦੇ ਮਾਸਕ ਕਹਿੰਦੇ ਅਸੀਂ ਪਾਇਆ ਹੋਇਆ ਸੀ। ਇੱਕ ਬੱਚੀ 19 ਮਹੀਨਿਆਂ ਦੀ ਸੀ। ਉਹ ਕਹਿੰਦੇ ਉਹ ਮਾਸਕ ਪਵਾ ਨਹੀਂ ਸੀ ਰਹੀ। ਉਹਦੇ ਜਦੋਂ ਵੀ ਮਾਸਕ ਪਾਉਂਦੇ ਸੀ ਉਹ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਉਹ ਉੱਚੀ ਉੱਚੀ ਚੀਕਾਂ ਮਾਰਦੀ ਹੈ। ਬੱਚਾ ਬਹੁਤ ਛੋਟਾ ਸੀ। ਐਂਡ ਅਦਰ ਬਿਗ ਥਿੰਗ ਇਜ਼ ਟਰਾਂਸਪੋਰਟ ਕੈਨੇਡਾ ਦੇ ਰੂਲਸ ਦੇ ਮੁਤਾਬਿਕ 2 ਸਾਲ ਤੋਂ ਛੋਟੇ ਬੱਚਿਆਂ ਦੇ ਮਾਸਕ ਪਾਉਣਾ ਕੋਈ ਲਾਜ਼ਮੀ ਨਹੀਂ ਹੈ ਕਿਉਂਕਿ ਉਹਨਾਂ ਨੇ ਰੱਖਣਾ ਹੀ ਨਹੀਂ ਹੈ। ਇਹਨਾਂ ਨੂੰ ਜਦੋਂ ਵੈਸਟ ਜੈਟ ਦੇ ਜਿੰਨੇ ਵੀ ਇੰਪਲੋਈ ਸੀਗੇ ਉਹਨਾਂ ਨੇ ਕਿਹਾ ਜੀ ਆਪਣੇ ਬੱਚਿਆਂ ਦੇ ਮਾਸਕ ਪਾਓ। ਉਹ ਕਹਿੰਦੇ ਵੱਲ ਅਸੀਂ ਇੱਕ ਦੇ ਪਾਇਆ ਦੂਜੇ ਦੇ ਪਾ ਰਹੇ ਹਾਂ।
ਉਹ ਕਹਿੰਦੇ ਨਹੀਂ ਜੀ ਦੋਨਾਂ ਦੇ ਹੁਣੇ ਪਾਓ, ਨਹੀਂ ਤਾਂ ਅਸੀਂ ਪੁਲਿਸ ਨੂੰ ਕਾਲ ਕਰਦੇ ਹਾਂ ਤੇ ਅਸੀਂ ਤੁਹਾਨੂੰ ਥੱਲੇ ਲਾ ਦੇਵਾਂਗੇ। ਉਹ ਕਹਿੰਦੇ ਵੈਲ ਅਸੀਂ ਟਰਾਈ ਕਰ ਰਹੇ ਹਾਂ ਲੇਕਿਨ 19 ਮਹੀਨਿਆਂ ਦਾ ਬੱਚਾ ਮਾਸਕ ਪਵਾ ਨਹੀਂ ਰਿਹਾ। ਉੱਥੇ ਪੁਲਿਸ ਡਿਪਾਰਟਮੈਂਟ ਨੂੰ ਕਾਲ ਕੀਤੀ ਗਈ, ਪੁਲਿਸ ਡਿਪਾਰਟਮੈਂਟ ਨੇ ਆ ਕੇ ਮਿਸਟਰ ਚੌਧਰੀ ਦੇ ਸਾਰੇ ਪਰਿਵਾਰ ਨੂੰ ਥੱਲੇ ਲਾਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਉਹ ਜਹਾਜ਼ ਵੀ ਕੈਂਸਲ ਕੀਤਾ। ਜਹਾਜ਼ ਤੋਂ ਉਹ ਮਿਸਟਰ ਚੌਧਰੀ ਦਾ ਕਹਿਣਾ ਇਹ ਹੈ, ਉਹ ਕਹਿੰਦੇ ਜਹਾਜ਼ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਸਾਡੀ ਫੈਮਿਲੀ ਨੂੰ ਗਲਤ ਬੋਲ ਰਹੇ ਸੀ। ਉਹ ਕਹਿੰਦੇ ਮੈਂ ਉਹਨਾਂ ਦੀ ਗੱਲ ਵੀ ਅੰਡਰਸਟੈਂਡ ਕਰਦਾ, ਇੱਕ ਔਰਤ ਨੇ ਆਪਣੀ ਮਦਰ ਨੂੰ ਦੇਖਣ ਜਾਣਾ ਸੀ ਜਿਹੜੀ ਕਿ ਡੈਥ ਬੈੱਡ ਦੇ ਉੱਪਰ ਸੀ, ਉਹ ਸਾਡੇ ਕਰਕੇ ਲੇਟ ਹੋ ਰਹੀ ਹੈ, ਮੈਂ ਮੰਨਦਾ, ਲੇਕਿਨ ਮੇਰੀ 19 ਮਹੀਨਿਆਂ ਦੀ ਬੱਚੀ ਮਾਸਕ ਨਹੀਂ ਸੀ ਪਾ ਰਹੀ। ਲੇਕਿਨ ਜੇ ਵੈਸਟ ਜੈਟ ਦਾ ਉਹਨਾਂ ਦਾ ਪੱਖ ਵੇਖਦੇ ਹਾਂ, ਉਹ ਕਹਿੰਦੇ ਵੱਲ ਅਸੀਂ 19 ਮਹੀਨਿਆਂ ਦੀ ਬੱਚੀ ਨੂੰ ਤਾਂ ਕਿਹਾ ਹੀ ਨਹੀਂ ਸੀ, ਅਸੀਂ ਤਾਂ ਕਿਹਾ ਸੀ ਕਿ 3 ਸਾਲ ਦੀ ਬੱਚੀ ਮਾਸਕ ਪਾਵੇ। ਪਰ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ 3 ਸਾਲ ਦੀ ਬੱਚੀ ਮਾਸਕ ਪਾ ਕੇ ਆਰਾਮ ਨਾਲ ਵੀਡੀਓ ਗੇਮ ਪਲੇ ਕਰ ਰਹੀ ਹੈ। ਦੋਨੋਂ ਸਾਈਡਸ ਦੇ ਉੱਪਰ ਤਲਖੀ ਕਾਫੀ ਹੈ, ਦੋਨੋਂ ਸਾਈਡਸ ਦੇ ਉੱਪਰ ਬਲਕਿ ਹਾਂ ਇਹ ਵੀ ਜਾ ਰਿਹਾ ਕਿ ਮਿਸਟਰ ਚੌਧਰੀ ਦੀ ਫੈਮਿਲੀ ਦੀ ਉਹਨਾਂ ਨੇ ਬੇਇੱਜ਼ਤੀ ਕੀਤੀ ਹੈ। ਉਹ ਕਹਿੰਦੇ ਘੱਟੋ ਘੱਟ ਵੈਸਟ ਜੈਟ ਮੇਰੇ ਤੋਂ ਕਾਲ ਕਰਕੇ ਮਾਫੀ ਤਾਂ ਮੰਗੇ ਔਰ ਦੂਸਰੇ ਬਹੁਤ ਸਾਰੇ ਹੋਰ ਜਿੰਨੇ ਪੈਸੰਜਰ ਸੀ ਉਹਨਾਂ ਦੀ ਜਦੋਂ ਸਟੇਟਮੈਂਟ ਲਈ ਗਈ, ਇੱਕ ਨੇ ਤਾਂ ਇੱਥੋਂ ਤੱਕ ਕਿਹਾ, ਕਹਿੰਦੇ ਬਹੁਤ ਹੀ ਕੂਲ ਕਪਲ ਹੈ ਇਹ, ਕਹਿੰਦੇ ਅਸੀਂ ਇੰਨੀ ਦੇਰ ਦੇਖਦੇ ਰਹੇ ਜਦੋਂ ਕਿ ਏਅਰ ਹੋਸਟਸ ਦੇ ਨਾਲ ਸਟਾਫ ਜਿਹੜਾ ਸੀ ਇਹਨਾਂ ਨੂੰ ਪ੍ਰੈਸ਼ਰਾਈਜ਼ ਵੀ ਕਰਦਾ ਰਿਹਾ ਨਾ, ਇਹ ਬਹੁਤ ਕੂਲ ਸੀ ਦੋਨੋਂ ਜਣੇ। ਇਹਨਾਂ ਨੇ ਕਹਿਣਾ ਵੀ ਵੀ ਆਰ ਟਰਾਈਂਗ, ਬਟ ਬੱਚਾ ਤਾਂ ਫੇਰ ਬੱਚਾ ਹੈ, ਉਹਨੂੰ ਹੁਣ ਕੀ ਕਹਿ ਸਕਦੇ ਹਾਂ। ਗੱਲਾਂ ਤਾਂ ਦੋਨੋਂ ਪਾਸੇ ਦੀਆਂ ਠੀਕ ਲੱਗਦੀਆਂ ਨੇ, ਲੇਕਿਨ ਹੁਣ ਅਸਲੀ ਗੱਲ ਕਿੱਥੇ ਹੈ ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ। ਵੱਲ ਜਦੋਂ ਵੀ ਕੋਈ ਇਸ ਖਬਰ ਦੇ ਵਿੱਚ ਅਪਡੇਟ ਹੋਈ ਅਸੀਂ ਡੈਫੀਨੇਟਲੀ ਤੁਹਾਡੇ ਤੱਕ ਲੈ ਕੇ ਆਵਾਂਗੇ। ਦੋਸਤੋ ਅਗਲੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਬਹੁਤ ਹੀ ਇੱਕ ਦਰਦਨਾਕ ਖਬਰ ਹੈ। ਇੰਡੀਆ ਦੇ ਵਿੱਚ ਬਲਾਤਕਾਰ, ਇੰਡੀਆ ਦੇ ਵਿੱਚ ਮਰਡਰ ਬਹੁਤ ਵੱਡੇ ਪੱਧਰ ਤੇ ਹੁੰਦੇ ਨੇ, ਲੇਕਿਨ ਜਦੋਂ ਇੱਕ 3 ਸਾਲਾਂ ਦੀ ਬੱਚੀ ਦੇ ਨਾਲ ਬਲਾਤਕਾਰ ਕਰਕੇ ਉਹਦੀ ਲਾਸ਼ ਨੂੰ ਇੱਕ ਖੇਤ ਦੇ ਵਿੱਚ ਸਿੱਟਤਾ ਜਾਵੇ ਤੇ ਉਸ ਤੋਂ ਬਾਅਦ ਪਤਾ ਇਹ ਲੱਗੇ ਕਿ 2 ਫੈਮਲੀਜ਼ ਦੀ ਆਪਸ ਦੇ ਵਿੱਚ ਲੜਾਈ ਸੀ ਜਿਹਦੇ ਵਿੱਚ ਇਹ ਬੱਚਾ ਪਿਸ ਗਿਆ, ਤਾਂ ਦਰਦ ਹੋਰ ਵੀ ਜ਼ਿਆਦਾ ਵੱਧ ਜਾਂਦਾ। यूपी ਦੇ ਵਿੱਚ ਇੱਕ ਏਰੀਆ ਹੈ, ਡਿਸਟ੍ਰਿਕਟ ਹੈ ਲਖਮਪੁਰ ਖੇਰੀ। ਲਖਮਪੁਰ ਖੇਰੀ ਦੇ ਵਿੱਚ ਪਿਛਲੇ 20 ਦਿਨਾਂ ਦੇ ਵਿੱਚ 3 ਬੱਚੀਆਂ ਦੇ ਨਾਲ ਬਲਾਤਕਾਰ ਕਰਕੇ ਉਸ ਦਾ ਮਰਡਰ ਕਰਕੇ ਉਹਨਾਂ ਨੂੰ ਖੇਤਾਂ ਦੇ ਵਿੱਚ ਸੁੱਟਣ ਦੀ ਘਟਨਾ ਜਿਹੜੀ ਹੈ ਉਹ ਸਾਹਮਣੇ ਆਈ ਹੈ। ਇਸ ਦੇ ਵਿੱਚ ਜਿਹੜੀ ਰੀਸੈਂਟ ਖਬਰ ਹੈ ਉਹਦੇ ਵਿੱਚ ਇਹ ਵਿਕਟਮ 3 ਸਾਲ ਦੀ ਬੱਚੀ ਹੈ ਜਿਹੜੀ ਕਿ ਆਪਣੇ ਘਰ ਤੋਂ ਸਿਰਫ 1600 ਫੁੱਟ ਦੀ ਦੂਰੀ ਤੇ ਉਹਦੀ ਲਾਸ਼ ਪਈ ਹੋਈ ਸੀ। ਉਹਦੇ ਘਰਦਿਆਂ ਨੇ ਜਦੋਂ ਪੁਲਿਸ ਨੂੰ ਰਿਪੋਰਟ ਵੀ ਕਰਵਾਈ ਸੀ ਕਿ ਸਾਡੀ ਬੱਚੀ ਮਿਸਿੰਗ ਹੈ, 2-3 ਦਿਨਾਂ ਬਾਅਦ ਉਸ ਦੀ ਲਾਸ਼ ਜਿਹੜੀ ਹੈ ਘਰ ਦੇ ਬਿਲਕੁਲ ਨਜ਼ਦੀਕਿਓਂ ਮਿਲੀ ਔਰ ਉਸ ਦੀ ਲਾਸ਼ ਜਿਹੜੀ ਹੈ ਪੁਲਿਸ ਡਿਪਾਰਟਮੈਂਟ ਦੇ ਦੱਸਣ ਦੇ ਹਿਸਾਬ ਦੇ ਨਾਲ ਸ਼ੀ ਵਾਜ਼ ਰੇਪਡ, ਉਸ ਦਾ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ। ਮਰਡਰ ਕਰਕੇ ਤੇ ਲਾਸ਼ ਉੱਥੇ ਸੁੱਟਤੀ ਗਈ। ਇਸ ਤੋਂ ਪਹਿਲਾਂ ਅਗਸਤ 25 ਨੂੰ ਸੇਮ ਜਗ੍ਹਾ ਦੇ ਉੱਪਰ ਇੱਕ 17 ਸਾਲ ਦੀ ਬੱਚੀ ਆਪਣੇ ਵਜ਼ੀਫੇ ਲਈ ਐਪਲੀਕੇਸ਼ਨ ਦੇਣ ਜਾ ਰਹੀ ਸੀ। ਉਸ ਬੱਚੀ ਨੂੰ ਅਗਵਾ ਕੀਤਾ ਗਿਆ, ਉਸ ਨਾਲ ਰੇਪ ਕੀਤਾ ਗਿਆ। ਉਹਦੀ ਜਿਹੜੀ ਲਾਸ਼ ਹੈ ਉਹ ਪਿੰਡ ਤੋਂ 200 ਮੀਟਰ ਦੀ ਦੂਰੀ ਤੇ ਸੁੱਟਤੀ ਗਈ। ਇਸ ਤੋਂ ਸਿਰਫ 10 ਦਿਨ ਪਹਿਲਾਂ ਇੱਕ 13 ਸਾਲ ਦੀ ਕੁੜੀ ਜਿਹੜੀ ਸੀ, ਜਿਹੜੀ ਬਾਹਰ ਖੇਡਣ ਵਾਸਤੇ ਗਈ ਹੋਈ ਸੀ, ਉਹ ਘਰੋਂ ਗਾਇਬ ਹੋਈ ਸੇਮ ਪਿੰਡ ਦੇ ਵਿੱਚੋਂ। ਉਸ ਦੀ ਲਾਸ਼ ਹੈ ਜਿਹੜੀ ਉਹ ਗੰਨਿਆਂ ਦੇ ਇੱਕ ਖੇਤ ਦੇ ਵਿੱਚ ਮਿਲੀ ਜਿਹਦਾ ਕਿ ਗਲਾ ਘੋਟਿਆ ਹੋਇਆ ਸੀ। ਐਂਡ ਇਹ ਤਿੰਨੋਂ ਲਾਸ਼ਾਂ ਦੇ ਨਾਲ, ਤਿੰਨੋਂ ਬੱਚੀਆਂ ਦੇ ਨਾਲ ਬੇਸਿਕਲੀ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਦਾ ਮਰਡਰ ਕੀਤਾ ਗਿਆ। ਅੱਜ ਸਿਚੁਏਸ਼ਨ ਉਸ ਡਿਸਟ੍ਰਿਕਟ ਦੇ ਵਿੱਚ ਇਹ ਹੈ ਕਿ ਲੋਕ ਜਿਹੜੇ ਨੇ ਉਹ ਕਾਫੀ ਗੁੱਸੇ ਦੇ ਵਿੱਚ ਨੇ। ਅਫ ਕੋਰਸ ਜਿਨ੍ਹਾਂ ਦੇ ਬੱਚਿਆਂ ਦੇ ਨਾਲ ਇਹ ਸਾਰਾ ਕੁਕਰਮ ਜਿਹੜਾ ਹੈਗਾ ਉਹ ਕੀਤਾ ਗਿਆ, ਉਹ ਪਬਲਿਕ ਤਾਂ ਰੋਹ ਦੇ ਵਿੱਚ ਹੋਏਗੀ ਹੋਈ, ਲੇਕਿਨ ਪਬਲਿਕ ਰੋਹ ਦੇ ਵਿੱਚ ਪੁਲਿਸ ਨੂੰ ਅਪਰੋਚ ਕਰਨ ਦੀ ਬਜਾਏ ਉਹ ਕਾਂਗਰਸ ਹੈ ਜਿਹੜੀ ਤੇ ਸਮਾਜਵਾਦੀ ਪਾਰਟੀ ਹੈ ਜਿਹੜੀ ਉਹ ਸਿਰਫ ਬੀਜੇਪੀ ਦੇ ਆਫਿਸ ਦੇ ਅੱਗੇ ਖੜੀ ਹੈ। ਉਹ ਕਹਿੰਦੀ ਇਹਨਾਂ ਨੇ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਠੀਕ ਨਹੀਂ ਕੀਤਾ ਹੈਗਾ, ਇਹਨਾਂ ਨੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਚੰਗੀ ਤਰ੍ਹਾਂ ਲਾਗੂ ਨਹੀਂ ਕੀਤੇ ਹੈਗੇ।
ਪੁਲਿਸ ਡਿਪਾਰਟਮੈਂਟ ਦੇ ਵੱਡੇ ਆਫੀਸਰਸ ਨੂੰ ਬੁਲਾਇਆ ਗਿਆ ਤਾਂ ਕਿ ਅਗਲੀ ਕੋਈ ਹੋਰ ਅਜਿਹੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਅਗਲੀ ਕੋਈ ਫਿਊਚਰ ਦੀ ਜਿਹੜਾ ਇਨਸੀਡੈਂਟ ਹੈ ਉਹ ਨਾ ਹੋਵੇ, ਕਿਉਂਕਿ ਇਨ ਰੋ ਹਰ 10 ਕੁ ਦਿਨਾਂ ਬਾਅਦ ਇੱਕ ਬੱਚੀ ਦਾ ਇਸ ਤਰ੍ਹਾਂ ਮਿਲਣਾ ਇੱਕ ਪਿੰਡ ਦੇ ਵਿੱਚ ਬਹੁਤ ਦਰਦਨਾਕ ਹੈ। ਵਲ ਇੰਡੀਆ ਦੇ ਵਿੱਚ ਕੇਸਿਸ ਤਾਂ ਬਲਾਤਕਾਰ ਦੇ ਤੇ ਨਾਲ ਮਰਡਰ ਦੇ ਬਹੁਤ ਨੇ, ਲੇਕਿਨ ਛੋਟੀਆਂ ਬੱਚੀਆਂ 3-3 ਸਾਲ ਦੀਆਂ ਜਿਨ੍ਹਾਂ ਨੂੰ ਇਸ ਦੀਨ ਦੁਨੀਆ ਦਾ ਪਤਾ ਵੀ ਨਹੀਂ ਹੈ, ਉਹਨਾਂ ਦੇ ਨਾਲ ਅਜਿਹੇ ਕੁਕਰਮ ਨੇ ਜਿਹੜੇ ਇਹ ਬਹੁਤ ਜ਼ਿਆਦਾ ਤਕਲੀਫਦੇਹ ਹੁੰਦੇ ਨੇ। ਵੱਲ ਜਿਹੜੇ ਹੁਣ ਇਹ ਕੇਸ ਨੇ ਇਹ ਸੀਨੀਅਰ ਆਫੀਸਰਸ ਨੂੰ ਦਿੱਤੇ ਗਏ ਨੇ ਤੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਜਿਹਾ ਕੋਈ ਕੇਸ ਜਿਹੜਾ ਹੈ ਉਹ ਹੋਰ ਨਾ ਆਵੇ ਯੂਪੀ ਲਖਮਪੁਰ ਖੇਰੀ ਡਿਸਟ੍ਰਿਕਟ ਦੇ ਵਿੱਚ। ਦੋਸਤੋ, ਵੱਲ ਇਹ ਸਾਡਾ ਪੂਰਾ ਪ੍ਰੋਗਰਾਮ ਨਹੀਂ ਹੈ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਸਾਡੇ ਪ੍ਰੋਗਰਾਮ ਦੇ 2 ਹਿੱਸੇ ਹੁੰਦੇ ਨੇ ਐਂਡ ਸੈਕੰਡ ਜਿਹੜਾ ਸਾਡਾ ਇੱਕ ਸੈਗਮੈਂਟ ਹੈ ਉਹਦੇ ਵਿੱਚ ਇੱਕ ਖਾਸ ਮੁਲਾਕਾਤ ਅਸੀਂ ਤੁਹਾਡੀ ਕਰਵਾਉਣ ਜਾ ਰਹੇ ਹਾਂ ਇੱਕ ਖਾਸ ਸ਼ਖਸੀਅਤ ਦੇ ਨਾਲ। ਟੀਚਰ ਨੇ ਸਾਡੇ ਇੱਥੇ ਸਰੀ ਦੇ ਵਿੱਚੋਂ BC ਦੇ ਵਿੱਚ ਇੱਕ ਸੈਕੰਡਰੀ ਸਕੂਲ ਦੇ ਜਿਹੜੇ ਕਿ ਸਾਨੂੰ ਆ ਕੇ ਇਹ ਦੱਸਣਗੇ ਕਿ ਜਿੰਨੇ ਵੀ ਬੱਚੇ ਹੁਣ ਸਕੂਲ ਚੱਲੇ ਨੇ ਉਹਨਾਂ ਦੇ ਵਾਸਤੇ ਕੀ ਕੁਛ ਤਿਆਰੀਆਂ ਜਿਹੜੀਆਂ ਨੇ ਸਕੂਲ ਦੇ ਵਿੱਚ ਕੀਤੀਆਂ ਗਈਆਂ ਨੇ। ਬਹੁਤ ਇੰਪੋਰਟੈਂਟ ਚੀਜ਼ ਹੈ। ਜੇ ਕੋਈ ਬੱਚਾ ਸਕੂਲ ਦੇ ਵਿੱਚ ਬਿਮਾਰ ਲੱਗਦਾ ਹੈ ਤਾਂ ਫਿਰ ਕੀ ਸਟੈਪ ਲਏ ਜਾਣਗੇ, ਪੇਰੈਂਟਸ ਨੂੰ ਕਿਵੇਂ ਦੱਸਿਆ ਜਾਏਗਾ, ਬੱਚਾ ਘਰੇ ਜਾਏਗਾ, ਹਸਪੀਟਲ ਜਾਏਗਾ, ਸਕੂਲ 'ਚ ਰਹੇਗਾ, ਬਾਕੀਆਂ ਨਾਲ ਮਿਲੇਗਾ, ਨਹੀਂ ਮਿਲੇਗਾ, ਬਹੁਤ ਸਾਰੇ ਕੁਐਸਚਨਸ ਆ ਪੇਰੈਂਟਸ ਦੇ ਮਾਈਂਡ ਦੇ ਵਿੱਚ ਨੇ। ਵੱਲ ਤੁਸੀਂ ਜਾਇਓ ਕਿਤੇ ਨਾ, ਅਸੀਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਹੁਣੇ ਵਾਪਸ ਆਉਂਦੇ ਹਾਂ ਤੇ ਗੱਲਬਾਤ ਕਰਾਂਗੇ ਜੀ ਗੁਰਪ੍ਰੀਤ ਕੌਰ ਬੈਂਸ ਦੇ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।